ਗੁੱਡ ਮਾਰਨਿੰਗ ਸਟੂਡੈਂਟਸ। ਅੱਜ ਅਸੀਂ ਜੋ ਵੇਖਣਯੋਗ ਸਾਧਨ ਹਨ ਉਹਨਾਂ ਵਿੱਚ ਅਸੀਂ ਮਾਡਲ 'ਤੇ ਗੱਲ ਕਰਦੇ ਹਾਂ। ਮਾਡਲ ਉਹ ਚੀਜ਼ਾਂ ਹੁੰਦੀਆਂ ਹਨ ਜਿਨ੍ਹਾਂ ਰਾਹੀਂ ਅਸੀਂ ਵਿਦਿਆਰਥੀਆਂ ਨੂੰ ਵੱਡੀਆਂ ਅਤੇ ਮਹਿੰਗੀਆਂ ਚੀਜ਼ਾਂ ਦੁਆਰਾ ਇੱਕ ਛੋਟਾ ਜਿਹਾ ਮਾਡਲ ਬਣਾ ਕੇ ਬੱਚਿਆਂ ਨੂੰ ਦਿਖਾਇਆ ਜਾਂਦਾ ਹੈ, ਜਿਸ ਤੋਂ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ। ਕੁਝ ਚੀਜ਼ਾਂ ਇਹੋ ਜਿਹੀਆਂ ਹੁੰਦੀਆਂ ਹਨ ਜੋ ਉਹ ਵੱਡੀਆਂ ਤੋਂ ਜਾਂ ਉਸਨੂੰ ਦੇਖ ਕੇ ਜਾਣਕਾਰੀ ਪ੍ਰਾਪਤ ਨਹੀਂ ਕਰਦੇ, ਉਹ ਮਾਡਲ ਦੇ ਰੂਪ ਵਿੱਚ ਛੋਟੀਆਂ ਛੋਟੀਆਂ ਚੀਜ਼ਾਂ ਤੋਂ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ। ਮਾਡਲ ਵਿੱਚ ਕਈ ਚੀਜ਼ਾਂ ਦਾ ਕਈ ਵਸਤੂਆਂ ਦਾ ਪ੍ਰਯੋਗ ਕੀਤਾ ਜਾਂਦਾ ਹੈ। ਇਹ ਦੋ ਪ੍ਰਕਾਰ ਦੀਆਂ ਹੋ ਸਕਦੀਆਂ ਨੇ, ਜਿਵੇਂ ਅਸਲ ਪਦਾਰਥਾਂ ਦੇ ਆਧਾਰ 'ਤੇ, ਜਿਹੜੇ ਵੀ ਅਸਲ ਪਦਾਰਥ ਹੁੰਦੇ ਨੇ ਉਹਨਾਂ ਦੇ ਆਧਾਰ 'ਤੇ, ਜਾਂ ਇਤਿਹਾਸਿਕ ਸਾਹਿਤ ਦੇ ਵਰਣਨ ਦੇ ਆਧਾਰ 'ਤੇ। ਜਾਣੀ ਕਿ ਇਹਨਾਂ ਚੀਜ਼ਾਂ ਦੇ ਆਧਾਰ 'ਤੇ ਅਸੀਂ ਕਿਸੇ ਵੀ ਚੀਜ਼ ਦਾ ਮਾਡਲ ਬਣਾ ਕੇ ਬੱਚਿਆਂ ਨੂੰ ਜਾਣਕਾਰੀ ਦੇ ਸਕਦੇ ਹਾਂ। ਚੰਗੇ ਮਾਡਲ ਦੇ ਕੀ ਗੁਣ ਹੋਣੇ ਚਾਹੀਦੇ ਨੇ? ਪਹਿਲਾਂ ਅਸੀਂ ਇਹ ਵੀ ਗੱਲ ਕਰਦੇ ਹਾਂ ਕਿ ਜਿਹੜੇ ਮਾਡਲ ਹੁੰਦੇ ਨੇ ਇਹ ਕੀ ਪਦਾਰਥਾਂ ਤੋਂ ਬਣਦੇ ਹਨ। ਜਿਵੇਂ ਮਿੱਟੀ ਤੋਂ ਵੀ ਬਣਾ ਸਕਦੇ ਹਾਂ। ਮਿੱਟੀ ਤੋਂ ਬਣਾ ਕੇ ਅਸੀਂ ਕਿਸੇ ਵੀ ਚੀਜ਼ ਦਾ ਮਾਡਲ ਬਣਾ ਕੇ ਵਿਦਿਆਰਥੀਆਂ ਨੂੰ ਜਾਣਕਾਰੀ ਦੇ ਸਕਦੇ ਹਾਂ। ਮੋਮ ਤੋਂ, ਲੱਕੜੀ ਤੋਂ, ਧਾਤੂ ਤੋਂ, ਥਰਮਾਕੋਲ ਤੋਂ ਅਸੀਂ ਮਾਡਲ ਬਣਾ ਕੇ ਵਿਦਿਆਰਥੀਆਂ ਨੂੰ ਜਾਣਕਾਰੀ ਦਿੰਦੇ ਹਾਂ। ਚੰਗੇ ਮਾਡਲ ਦੇ ਕੀ ਕੀ ਗੁਣ ਹੋਣੇ ਚਾਹੀਦੇ ਨੇ? ਜਿਹੜਾ ਮਾਡਲ ਹੁੰਦਾ ਉਹ ਬਿਲਕੁਲ ਸ਼ੁੱਧ ਅਤੇ ਸਪਸ਼ਟ ਹੋਣਾ ਚਾਹੀਦਾ ਹੈ, ਕਿਉਂਕਿ ਉਸ ਵਿੱਚ ਹਰ ਇੱਕ ਚੀਜ਼ ਦੀ ਸਪਸ਼ਟ ਜਾਣਕਾਰੀ ਹੋਣੀ ਚਾਹੀਦੀ ਹੈ। ਸਮਾਜਿਕ ਅਧਿਐਨ ਦਾ ਮਾਡਲ ਹੁੰਦਾ ਹੈਗਾ ਜਿਹੜਾ ਉਹ ਬਿਲਕੁਲ ਹੀ ਸ਼ੁੱਧ ਹੋਣਾ ਚਾਹੀਦਾ ਹੈ। ਉਸ ਵਿੱਚ ਅਸ਼ੁੱਧ ਜਾਂ ਝੂਠ ਦੀ ਕੋਈ ਜਗ੍ਹਾ ਨਹੀਂ ਹੋਣੀ ਚਾਹੀਦੀ, ਕਿਉਂਕਿ ਵਿਦਿਆਰਥੀ ਜਿਸ ਚੀਜ਼ ਨੂੰ ਦੇਖਣਗੇ ਉਹੀ ਜਾਣਕਾਰੀ ਪ੍ਰਾਪਤ ਕਰਨਗੇ, ਇਸ ਲਈ ਉਹ ਗਲਤ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ। ਮਾਡਲ ਸੌਖਾ ਅਤੇ ਔਖਾ ਜਾਂ ਗੁਲਝਣਦਾਰ ਨਹੀਂ ਹੋਣਾ ਚਾਹੀਦਾ। ਜਿਹੜਾ ਮਾਡਲ ਆਪਾਂ ਨੂੰ ਦਿਖਾਇਆ ਜਾ ਰਿਹਾ ਹੈ ਉਸ ਵਿੱਚ ਕੋਈ ਵੀ ਗੁਲਝਣ ਨਹੀਂ ਹੋਣੀ ਚਾਹੀਦੀ ਹੈਗੀ। ਵਿਦਿਆਰਥੀ ਉਸ ਨੂੰ ਸਰਲਤਾ ਨਾਲ ਸਮਝਣਾ ਚਾਹੀਦਾ ਹੈ, ਕਿਉਂਕਿ ਜੇ ਉਹ ਗੁਲਝਣਦਾਰ ਹੋਇਆ ਤਾਂ ਵਿਦਿਆਰਥੀ ਨੂੰ ਸਮਝਣ ਵਿੱਚ ਮੁਸ਼ਕਲ ਆਉਂਦੀ ਹੈ। ਮਾਡਲ ਵਿੱਚ ਉਪਯੋਗਤਾ ਦਾ ਗੁਣ ਹੋਣਾ ਚਾਹੀਦਾ ਹੈ, ਭਾਵ ਜਾਣਕਾਰੀ ਨਾਲ ਭਰਪੂਰ ਹੋਣਾ ਚਾਹੀਦਾ ਹੈ। ਯਾਨੀ ਕਿ ਜਿਹੜਾ ਵੀ ਮਾਡਲ ਆਪਾਂ ਨੂੰ ਦਿਖਾਇਆ ਜਾ ਰਿਹਾ ਹੈ ਉਸ ਵਿੱਚ ਉਪਯੋਗਤਾ ਹੋਣੀ ਚਾਹੀਦੀ ਹੈ। ਉੱਪਰੀ ਤੌਰ 'ਤੇ ਦੇਖਣਯੋਗ ਨਾ ਹੋਵੇ, ਉਸ ਵਿੱਚ ਉਸਦਾ ਮਹੱਤਵ, ਉਸਦਾ ਵਰਣਨ, ਉਸਦੇ ਕੀ ਉਪਦੇਸ਼ ਹਨ, ਸਭ ਕੁਝ ਆਉਣਾ ਚਾਹੀਦਾ ਹੈ। ਜਿਵੇਂ ਆਪਾਂ ਮੰਨ ਲਓ ਆਪਾਂ ਤਾਜ ਮਹਿਲ ਦਾ ਮਾਡਲ ਦੇਖ ਰਹੇ ਹਾਂ ਤਾਂ ਸਿਰਫ ਤਾਜ ਮਹਿਲ ਨੂੰ ਦੇਖਣ ਵਾਸਤੇ ਹੀ ਜਾਣਕਾਰੀ ਪ੍ਰਾਪਤ ਨਹੀਂ ਕਰਾਉਣੀ ਚਾਹੀਦੀ। ਤਾਜ ਮਹਿਲ ਕਿਸ ਨੇ ਬਣਾਇਆ, ਕਿਸ ਦੀ ਯਾਦ ਵਿੱਚ ਬਣਾਇਆ, ਇਸ ਬਾਰੇ ਵੀ ਵਿਦਿਆਰਥੀ ਨੂੰ ਜਾਣਕਾਰੀ ਮਿਲਣੀ ਚਾਹੀਦੀ ਹੈ। ਜਿਹੜਾ ਮਾਡਲ ਹੁੰਦਾ ਹੈ ਮਜ਼ਬੂਤ ਹੋਣਾ ਚਾਹੀਦਾ ਹੈ, ਬੱਚੇ ਦੇ ਮਾਨਸਿਕ ਪੱਧਰ ਦੇ ਅਨੁਕੂਲ ਹੋਣਾ ਚਾਹੀਦਾ ਹੈ, ਕਿਉਂਕਿ ਬੱਚੇ ਕਲਾਸ ਦੇ ਅਕੋਰਡਿੰਗ ਹੀ ਹੋਣਾ ਚਾਹੀਦਾ ਹੈ। ਕਿਉਂਕਿ ਛੋਟੇ ਕਲਾਸਾਂ ਦੇ ਬੱਚਿਆਂ ਨੂੰ ਤਾਜ ਮਹਿਲ ਬਾਰੇ ਕੋਈ ਜਾਣਕਾਰੀ ਨਹੀਂ ਹੁੰਦੀ ਹੈਗੀ, ਇਸ ਲਈ ਉਹਨਾਂ ਨੂੰ ਉਸ ਟਾਈਪ ਦਾ ਹੀ ਮਾਡਲ ਦਿਖਾਉਣਾ ਚਾਹੀਦਾ ਹੈ। ਵੱਡੀਆਂ ਕਲਾਸਾਂ ਦੇ ਬੱਚਿਆਂ ਨੂੰ ਅਲੱਗ ਤੋਂ ਮਾਡਲ ਦਿਖਾਉਣਾ ਚਾਹੀਦਾ ਹੈ, ਯਾਨੀ ਕਿ ਉਹਨਾਂ ਦੇ ਮਾਨਸਿਕ ਪੱਧਰ ਅਨੁਸਾਰ ਹੀ ਮਾਡਲ ਹੋਣੇ ਚਾਹੀਦੇ ਹਨ। ਮਾਡਲ ਦੀਆਂ ਕਿਸਮਾਂ। ਮਾਡਲ 3 ਪ੍ਰਕਾਰ ਦੇ ਹੁੰਦੇ ਹਨ। ਜਿਵੇਂ ਵਿਅਕਤੀਗਤ ਮਾਡਲ, ਇਸ ਤਰ੍ਹਾਂ ਦਾ ਮਾਡਲ ਜਿਹੜਾ ਹੁੰਦਾ ਹੈ ਉਹ ਇੱਕ ਵਿਅਕਤੀ ਬਣਾਉਂਦਾ ਹੈ। ਉਹ ਇੱਕ ਵਿਅਕਤੀ ਦੇਖ ਕੇ ਉਸ ਤੋਂ ਜਾਣਕਾਰੀ ਪ੍ਰਾਪਤ ਕਰਕੇ ਉਸ ਨੂੰ ਬਣਾਉਂਦਾ ਹੈ ਅਤੇ ਦੂਸਰੇ ਬੱਚਿਆਂ ਨੂੰ ਯਾਨੀ ਕਿ ਜਮਾਤ ਵਿੱਚ ਪੇਸ਼ ਕਰਕੇ ਦੂਸਰੇ ਵਿਦਿਆਰਥੀਆਂ ਨੂੰ ਉਸ ਦੀ ਜਾਣਕਾਰੀ ਦਿੰਦਾ ਹੈ। ਸੰਯੁਕਤ ਯਤਨ ਵਾਲਾ ਮਾਡਲ। ਸੰਯੁਕਤ ਯਤਨ ਵਾਲਾ ਮਾਡਲ ਇਹ ਹੁੰਦਾ ਹੈ ਕਿ ਇਸ ਵਿੱਚ ਪੂਰੀ ਕਲਾਸ ਦੇ ਬੱਚੇ ਮਿਲ ਕੇ ਮਾਡਲ ਬਣਾਉਂਦੇ ਹਨ। ਇਹ ਮਾਡਲ ਸਾਰਿਆਂ ਦੇ ਸਹਿਯੋਗ ਨਾਲ ਹੀ ਬਣਾਇਆ ਜਾਂਦਾ ਹੈ। ਸਾਰਿਆਂ ਦੇ ਸਹਿਯੋਗ ਨਾਲ ਹੀ ਉਸ ਵਿੱਚ ਜਾਣਕਾਰੀ ਇਕੱਤਰਿਤ ਕੀਤੀ ਜਾਂਦੀ ਹੈ। ਇਹ ਪਾਰਦਰਸ਼ੀ ਮਾਡਲ। ਇਹ ਮਾਡਲ ਬਣਿਆ ਬਣਾਇਆ ਹੀ ਬਾਜ਼ਾਰ 'ਚੋਂ ਮਿਲ ਜਾਂਦਾ ਹੈ, ਜਿਸ ਨੂੰ ਸਿਰਫ ਜਮਾਤ ਦੇ ਕਮਰੇ ਵਿੱਚ ਲਿਜਾ ਕੇ ਜਾਣਕਾਰੀ ਦਿੱਤੀ ਜਾਂਦੀ ਹੈ। ਮਾਡਲ ਦੀ ਕੀ ਉਪਯੋਗਤਾ ਹੈ? ਠੋਸ ਅਨੁਭਵ। ਮਾਡਲ ਦੇ ਉਪਯੋਗ ਰਾਹੀਂ ਵਿਦਿਆਰਥੀ ਠੋਸ ਅਨੁਭਵ ਪ੍ਰਦਾਨ ਕਰਦੇ ਹਨ, ਕਿਉਂਕਿ ਇਸ ਦੇ ਨਾਲ ਵਿਦਿਆਰਥੀਆਂ ਨੂੰ ਕਿਸੇ ਵੀ ਚੀਜ਼ ਨੂੰ ਪੇਸ਼ ਕਰਨ ਵਿੱਚ ਸੌਖਾ ਹੁੰਦਾ ਹੈ। ਕਿਸੇ ਵੀ ਚੀਜ਼ ਨੂੰ ਆਪਾਂ ਦਿਖਾਉਂਦੇ ਹਾਂ ਤਾਂ ਉਸ ਤੱਕ ਵਿਦਿਆਰਥੀ ਨੂੰ ਲਿਜਾਣਾ ਔਖਾ ਹੁੰਦਾ ਹੈ, ਇਸ ਲਈ ਵਿਦਿਆਰਥੀਆਂ ਨੂੰ ਮਾਡਲ ਦਿਖਾ ਕੇ ਉਸ ਤੋਂ ਜਾਣਕਾਰੀ ਦਿੰਦੇ ਹਨ। ਰੁਚੀ ਪੈਦਾ ਕਰਨਾ। ਮਾਡਲ ਵਿਦਿਆਰਥੀਆਂ ਵਿੱਚ ਰੁਚੀ ਅਤੇ ਪ੍ਰੇਰਨਾ ਵੀ ਪ੍ਰਦਾਨ ਕਰਦਾ ਹੈ, ਕਿਉਂਕਿ ਇਸ ਰਾਹੀਂ ਵਿਦਿਆਰਥੀ ਸਿੱਖਣ ਵਿੱਚ ਰੁਚੀ ਬਣਾਉਂਦੇ ਹਨ। ਕਿਉਂਕਿ ਵਿਦਿਆਰਥੀਆਂ ਨੂੰ ਜਦੋਂ ਅਸੀਂ ਕਿਤਾਬਾਂ ਤੋਂ ਪੜ੍ਹਾਉਂਦੇ ਹਾਂ ਤਾਂ ਉਹ ਉੱਭ ਜਾਂਦੇ ਹਨ, ਲੇਕਿਨ ਮਾਡਲ ਨੂੰ ਦੇਖ ਕੇ ਉਹਨਾਂ ਵਿੱਚ ਥੋੜ੍ਹੀ ਜਿਹੀ ਰੁਚਕਤਾ ਪੈਦਾ ਹੁੰਦੀ ਹੈ ਅਤੇ ਰੁਚਕਤਾ ਦੇ ਨਾਲ ਹੀ ਉਹ ਗਿਆਨ ਪ੍ਰਾਪਤ ਕਰਦੇ ਹਨ। ਰਚਨਾਤਮਕ ਕਿਰਿਆ। ਬੱਚਿਆਂ ਨੂੰ ਕਾਗਜ਼, ਗੱਤੇ ਜਾਂ ਥਰਮਾਕੋਲ ਦਾ ਕਿਸੇ ਵੀ ਚੀਜ਼ ਦਾ ਖੁਦ ਮਾਡਲ ਬਣਾਉਣ ਲਈ ਪ੍ਰੇਰਿਤ ਕਰਨਾ ਚਾਹੀਦਾ ਹੈ, ਕਿਉਂਕਿ ਜਦੋਂ ਵਿਦਿਆਰਥੀ ਖੁਦ ਮਾਡਲ ਬਣਾਉਂਦਾ ਹੈ ਤਾਂ ਉਹ ਆਪਣੀ ਸ਼ਕਤੀ ਦਾ ਵਿਕਾਸ ਵੀ ਕਰਦਾ ਅਤੇ ਉਸਦੇ ਗਿਆਨ ਵਿੱਚ ਵੀ ਵਾਧਾ ਹੁੰਦਾ ਹੈ। ਪ੍ਰਦਰਸ਼ਨ। ਮਾਡਲ ਪ੍ਰਕਿਰਿਆ ਨੂੰ ਪ੍ਰਦਰਸ਼ਿਤ ਕਰਦਾ ਹੈ। ਮਾਡਲ ਵਸਤੂਆਂ ਅਤੇ ਮਸ਼ੀਨਾਂ ਦੀ ਬਾਹਰੀ ਅਤੇ ਅੰਦਰੂਨੀ ਬਣਾਵਟ ਦੇ ਨਾਲ ਨਾਲ ਕਿਰਿਆ ਨੂੰ ਵੀ ਪ੍ਰਦਰਸ਼ਿਤ ਕਰਦਾ ਹੈ। ਜਾਣੀ ਕਿ ਮਾਡਲ ਬਣਾਉਣ ਵਿੱਚ ਇੱਕ ਕਲਾ ਹੁੰਦੀ ਹੈ, ਵਿਦਿਆਰਥੀ ਉਸ ਕਲਾ ਦਾ ਵਿਕਾਸ ਕਰਦੇ ਹਨ, ਕਿਉਂਕਿ ਵਿਦਿਆਰਥੀਆਂ ਦੀ ਉਸ ਕਲਾ ਦਾ ਵੀ ਵਿਕਾਸ ਹੁੰਦਾ ਹੈ। ਉਸ ਨੂੰ ਜਾਣਕਾਰੀ ਤਾਂ ਅਲੱਗ ਤੋਂ ਮਿਲਦੀ ਹੈ ਅਤੇ ਉਹ ਆਪਣੀ ਕਲਾ ਦਾ ਵੀ ਵਿਕਾਸ ਕਰਦੇ ਹਨ। ਪਹੁੰਚ ਤੋਂ ਦੂਰ ਵਸਤੂਆਂ ਨੂੰ ਪ੍ਰਦਰਸ਼ਨ। ਕਈ ਵਾਰੀ ਇਹੋ ਜਿਹੀਆਂ ਚੀਜ਼ਾਂ ਹੁੰਦੀਆਂ ਹਨ ਜਿਹੜੀਆਂ ਅਸੀਂ ਜਮਾਤ ਦੇ ਕਮਰੇ ਵਿੱਚ ਪੇਸ਼ ਨਹੀਂ ਕਰ ਸਕਦੇ ਹੈਗੇ, ਉਸ ਬਾਰੇ ਸਾਨੂੰ ਜਾਣਕਾਰੀ ਦੇਣੀ ਜ਼ਰੂਰੀ ਹੁੰਦੀ ਹੈ। ਇਸ ਲਈ ਅਸੀਂ ਛੋਟਾ ਜਿਹਾ ਮਾਡਲ ਬਣਾ ਕੇ ਉਸ ਤੋਂ ਜਾਣਕਾਰੀ ਦੇ ਸਕਦੇ ਹਾਂ, ਕਿਉਂਕਿ ਵਿਦਿਆਰਥੀ ਨੂੰ ਉਸ ਤੱਕ ਲਿਜਾਣਾ ਬਹੁਤ ਮੁਸ਼ਕਿਲ ਹੁੰਦਾ ਹੈ, ਪਰ ਉਸ ਦੀ ਜਾਣਕਾਰੀ ਦੇਣਾ ਵੀ ਬਹੁਤ ਜ਼ਰੂਰੀ ਹੁੰਦਾ ਹੈ। ਇਸ ਲਈ ਵਿਦਿਆਰਥੀਆਂ ਨੂੰ ਮਾਡਲ ਦੇ ਵਿੱਚ ਤਰ੍ਹਾਂ ਦੇ ਹਰ ਇੱਕ ਪੁਆਇੰਟ ਦਾ ਅਸੀਂ ਗਿਆਨ ਦੇ ਕੇ ਵਿਦਿਆਰਥੀਆਂ ਨੂੰ ਉਸ ਚੀਜ਼ ਬਾਰੇ ਅਸੀਂ ਗਿਆਨ ਦੇ ਸਕਦੇ ਹਾਂ।